मेरे कन विच कहा वाहिगुरु ने, जिगरा रखी डोली ना। आखर नो दिन चंगे आने, बस सबर रख बोली ना। भावें इस दौर नूं असीं कलयुगी दौर कहंदे हां, पर कहंदे ने ना, अज भी किसी दे दुख विच दुखी होण अते किसी दे अखां दे हंझू पूंझण वालियां दी गिणती घट नहीं है। जम्मू कश्मीर दे विच मसेदी नां दा एक इलाका, जिथे एक मां अपने आलणे विच इकल्लियां ही अपने बोटां नूं लैके बैठी सी। ਉਹਦੇ ਨਿੱਕੇ ਨਿੱਕੇ ਬੋਟ ਆਪਣੀ ਮਾਂ ਦੇ ਨਾਲ ਜ਼ਿੰਦਗੀ ਦੇ ਉਸ ਦੌਰ ਵਿੱਚੋਂ ਲੰਘ ਰਹੇ ਸਨ ਜਿਹਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੱਕ ਨਿੱਕੀ ਬੱਚੀ ਜਿਹਦੀ ਗੱਲ ਜਦੋਂ ਅਸੀਂ ਸੋਸ਼ਲ ਮੀਡੀਆ ਰਾਹੀਂ ਸੁਣੀ ਤਾਂ ਅੰਦਰ ਵਲੂੰਦਰ ਆ ਗਿਆ। ਇੱਕ ਮਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਜਦੋਂ ਉਹਦੀ ਬੱਚੀ ਉਹਦੀਆਂ ਅੱਖਾਂ ਦੇ ਸਾਹਮਣੇ ਚੌਲਾਂ ਦੀ ਇੱਕ ਬੁਰਕੀ ਖਾਣ ਨੂੰ ਤਰਸਦੀ ਹੋਵੇ ਤੇ ਉਸ ਮਾਂ ਦੀ ਵੱਡੀ ਧੀ ਦਾ ਘਰੇ ਵਿਆਹ ਧਰਿਆ ਹੋਵੇ, ਪਰ ਉਸ ਧੀ ਦੇ ਘਰ ਦੇ ਹਾਲਾਤਾਂ ਦੇ ਕਾਰਨ ਉਸ ਵੱਡੀ ਧੀ ਦੇ ਸਾਰੇ ਵਿਆਹ ਦੇ ਚਾਅ ਅਤੇ ਅਰਮਾਨ ਹੀ ਮਰ ਗਏ ਹੋਣ। ਪਰ ਅਚਾਨਕ ਵਾਹਿਗੁਰੂ ਜੀ ਦੇ ਭੇਜੇ ਫਰਿਸ਼ਤੇ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਸ਼ਬੀਨਾ ਬੇਗਮ ਨਾਂ ਦੀ ਇੱਕ ਔਰਤ, ਜਿਹੜੀ ਕਿ ਇਸ ਹਨੇਰੀ ਜ਼ਿੰਦਗੀ ਵਿੱਚ ਲੁਕੀ ਹੋਈ ਇੱਕ ਜਗਮਗਾਉਂਦੀ ਕਿਰਨ ਬਣੀ ਤੇ ਇਸ ਵਿਹੜੇ ਨੂੰ ਰੌਸ਼ਨ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹ ਜਿਹੜਾ ਸਾਰਾ ਗੱਡੀਆਂ ਦਾ ਤੁਸੀਂ ਕਾਫਲਾ ਦੇਖ ਰਹੇ ਹੋ, ਇਹ ਉਹ ਸਾਡੇ ਵੀਰ ਭੈਣ ਭਰਾ ਨੇ ਜਿਹੜੇ ਸਮਾਜ ਵਿੱਚ ਵਿਚਰਦੇ ਹੋਏ ਕਿਸੇ ਦੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਤੇ ਕਿਸੇ ਦੇ ਦੁੱਖ ਵਿੱਚ ਦੁਖੀ ਵੀ ਜ਼ਰੂਰ ਹੁੰਦੇ ਨੇ। ਆਪਾਂ ਸਾਰਿਆਂ ਨੇ ਇੱਕ ਵੀਡੀਓ ਦੇਖੀ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਸਿੱਖ ਜਰਨਲਿਸਟ ਵੱਲੋਂ ਸ਼ੇਅਰ ਕੀਤੀ ਗਈ ਉਹ ਵੀਡੀਓ, ਜਿਸ ਦੇ ਬਾਅਦ ਮਸਜਿਦ ਦੇ ਵਿੱਚ ਜੋ ਕੁਝ ਹੋਇਆ, ਜੋ ਕੁਝ ਵਾਪਰਿਆ, ਹੈਰਾਨ ਕਰ ਦੇਣ ਵਾਲਾ ਸੀ। ਇੱਕ ਮਾਂ ਜਿਹਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜਿਹਨੂੰ ਮੈਂ ਕਿਹਾ ਕਿ ਇੱਕ ਮਾਂ ਇੱਕ ਪਰਿੰਦੇ ਦੀ ਤਰ੍ਹਾਂ, ਇੱਕ ਚਿੜੀ ਦੀ ਤਰ੍ਹਾਂ ਆਪਣੇ ਨਿੱਕੇ ਨਿੱਕੇ ਬੋਟਾਂ ਨੂੰ ਆਪਣੇ ਆਲਣੇ ਦੇ ਵਿੱਚ ਲੈ ਕੇ ਬੈਠੀ ਹੋਈ ਸੀ। ਤਾਂ ਦਿਨ ਬਦਲਦੇ ਕਿਹਨੂੰ ਕਹਿੰਦੇ ਨੇ? ਆਪਾਂ ਉਸ ਮਾਂ ਦੇ, ਉਸ ਬੱਚਿਆਂ ਦੀ ਜ਼ਿੰਦਗੀ ਬਦਲ ਨੂੰ ਦੇਖਿਆ ਕਿ ਇਸ ਨੂੰ ਦਿਨ ਬਦਲਣਾ ਆਖਦੇ ਨੇ। ਜਿਹੜੇ ਦਿਨ ਵਾਹਿਗੁਰੂ ਨੇ ਆਪਣੀ ਸੱਚੀ ਨਿਗਾਹ ਜਦੋਂ ਉਹਨਾਂ ਤੇ ਕੀਤੀ ਤਾਂ ਉਹਨਾਂ ਦੇ ਬਦਲੇ। ਇੱਕ ਧੀ ਦੇ ਹੰਝੂਆਂ ਨੇ ਉਹ ਕੁਝ ਬਦਲ ਦਿੱਤਾ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਸੀ। ਇਸ ਮਾਂ ਦੇ ਬੈਂਕ ਖਾਤੇ ਦੇ ਵਿੱਚ 1 ਰੁਪਈਆ ਵੀ ਨਹੀਂ ਸੀ ਤੇ ਸ਼ਾਇਦ ਉਹਨੇ ਜਾ ਕੇ ਕਿਤੇ ਆਪਦਾ ਬੈਂਕ ਖਾਤਾ ਵੇਖਿਆ ਵੀ ਨਹੀਂ ਹੋਣਾ। ਪਰ ਅੱਜ ਵਾਹਿਗੁਰੂ ਦੇ ਭੇਜੇ ਫਰਿਸ਼ਤਿਆਂ ਵੱਲੋਂ ਆਪਣੇ ਆਪਣੇ ਬਣਦੇ ਯੋਗਦਾਨ ਦੇ ਰਾਹੀਂ ਉਹ ਕਰ ਦਿੱਤਾ ਗਿਆ
ਜਿਹੜਾ ਸਾਡੀ ਕਲਪਨਾ ਤੋਂ ਪਰੇ ਸੀ। ਪਰਮਾਤਮਾ ਦਿਨ ਕਿਵੇਂ ਬਦਲਦਾ, ਉਹ ਇਹਨੂੰ ਕਹਿੰਦੇ ਨੇ। ਅੱਜ ਇਸ ਮਾਂ ਦੇ ਖਾਤੇ ਦੇ ਵਿੱਚ ਲਗਭਗ 12 ਲੱਖ ਰੁਪਈਆ ਤੇ ਇਹ ਉਹਨਾਂ ਵੀਰਾਂ ਦੇ, ਉਹਨਾਂ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ। ਜੰਮੂ ਕਸ਼ਮੀਰ ਤੇ ਜੰਮੂ ਕਸ਼ਮੀਰ ਦੇ ਬਾਹਰਲੇ ਰਾਜਾਂ ਤੋਂ ਵੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕਿਸੇ ਦੇ ਦੁੱਖ ਵਿੱਚ ਦੁਖੀ ਹੁੰਦੇ ਨੇ ਤੇ ਕਿਸੇ ਦੇ ਹੰਝੂਆਂ ਨੂੰ ਪੂੰਝਣ ਦੀ ਪੂਰੀ ਕੋਸ਼ਿਸ਼ ਕਰਦੇ ਨੇ। ਇਹ ਯੋਗਦਾਨ ਉਹਨਾਂ ਵੀਰਾਂ ਦਾ। ਦਿਮਾਗ ਵਿੱਚ ਵਿਚਾਰੇ ਨੂੰ ਖਤਮ ਕਰਨ ਦੇ ਲੱਗੇ ਹੋਏ ਜੰਗ ਨੂੰ ਵੀ ਨੇ ਲਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਇਸ ਪਰਿਵਾਰ ਦੀ ਮਦਦ ਦੇ ਲਈ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਉਹ ਕਰ ਵਿਖਾਇਆ ਸ਼ਾਇਦ ਜੋ ਅਸੀਂ ਨਹੀਂ ਸੋਚਿਆ ਹੋਵੇਗਾ, ਕਿਉਂਕਿ ਵੀਡੀਓ ਦਾ ਫਾਲੋਅਪ ਸਾਹਮਣੇ ਆਇਆ ਤਾਂ ਜਿਸ ਹਿਸਾਬ ਦੇ ਨਾਲ ਸਾਰਿਆਂ ਦੇ ਵੱਲੋਂ ਆਪਣਾ ਆਪਣਾ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਸੀ, ਹੈਰਾਨੀਜਨਕ ਬਣਦਾ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਕਲਯੁਗ ਦੁਨੀਆ, ਇਹਦੇ ਵਿੱਚ ਬਹੁਤ ਲੋਕ ਕਿਸੇ ਦੇ ਦੁੱਖ ਵਿੱਚ ਦੁਖੀ ਹੁੰਦੇ ਨੇ, ਕਿਸੇ ਦੀ ਚਿੰਤਾ ਵਿੱਚ ਚਿੰਤਾ ਪ੍ਰਗਟ ਕਰਦੇ ਨੇ, ਲੇਕਿਨ ਨਹੀਂ, ਇਹਨਾਂ ਦਾਨੀ ਸੱਜਣਾ ਨੇ ਇਸ ਉਦਾਹਰਣ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਬਦਲ ਕੇ ਰੱਖਿਆ ਵੀ ਹੈ, ਜੋ ਕਿ ਧਰਤੀ ਤੇ ਇਨਸਾਨਾਂ ਦੇ ਰੂਪ ਵਿੱਚ ਭੇਜੇ ਵਾਹਿਗੁਰੂ ਦੇ ਫਰਿਸ਼ਤਿਆਂ ਦੀ ਬਦੌਲਤ ਹੈ। ਆਓ ਤਸਵੀਰਾਂ ਦੇ ਰਾਹੀਂ ਵੇਖਦੇ ਹਾਂ ਕਿਸ ਤਰ੍ਹਾਂ ਦੇ ਨਾਲ ਸਭ ਕੁਝ ਬਦਲਿਆ ਤੇ ਅੱਜ ਕਿਸ ਤਰ੍ਹਾਂ ਦੇ ਦਿਲ ਨੇ ਇਹਨਾਂ ਬੱਚਿਆਂ ਦੇ ਤੇ ਇਹਨਾਂ ਦੀ ਮਾਂ ਦੇ। ਕੀ ਸ਼ਬਦ ਵਰਤਾਂ ਮੈਂ ਇਹਨਾਂ ਵੀਰਾਂ ਦੀਆਂ ਸੇਵਾਵਾਂ ਵਾਸਤੇ। ਇੱਕ ਬੱਚੀ ਚੌਲਾਂ ਦੇ ਦਾਣਿਆਂ ਨੂੰ ਤਰਸਦੀ ਸੀ ਤੇ ਕੀ ਨੇ ਇਹ ਵੀਰ, ਵਾਹਿਗੁਰੂ ਦੇ ਭੇਜੇ ਹੋਏ ਫਰਿਸ਼ਤੇ। ਸ਼ਾਇਦ ਉਸ ਬੱਚੀ ਨੂੰ ਹੁਣ ਜ਼ਿੰਦਗੀ ਦੇ ਵਿੱਚ ਚੌਲਾਂ ਦੀ ਕਮੀ ਨਹੀਂ ਆਉਣ ਦੇਣਗੇ ਉਹਨਾਂ ਬੱਚੀਆਂ ਦੇ ਇਹ ਭਰਾ। ਉਹ ਸਾਰਾ ਸਮਾਨ ਉਹਨਾਂ ਦੇ ਘਰ ਤੱਕ ਪਹੁੰਚਾਇਆ ਗਿਆ ਜਿਸ ਦੀ ਉਹਨਾਂ ਨੂੰ ਜ਼ਰੂਰਤ ਸੀ। ਸੋਚਿਆ ਸੀ ਜਦੋਂ ਸਟੋਰੀ ਵੇਖੀ ਤਾਂ ਇਹ ਸੋਚਿਆ
कि हुण बहुत सारे समाज सेवी, बहुत सारे दानी सज्जन, किसी के दर्द विच दुखी होने वाले सज्जन उत्थे पहुंचणगे, पर इस तरह पहुंचणगे वो नहीं सी सोचिया। मैं कहनी इन्हां वीरां दे मोढियां नूं बल बख्शे परमात्मा वाहिगुरू, ਜਿਹੜੇ ਦੂਜੇ ਦੇ ਦਰਦ ਨੂੰ ਆਪਦੇ ਮੋਢਿਆਂ ਤੇ ਚੁੱਕਣ ਦੀ ਯੋਗਤਾ ਰੱਖਦੇ ਨੇ। ਇਹਨਾਂ ਦੇ ਪੈਰਾਂ ਨੂੰ ਬਲ ਬਖਸ਼ੇ ਵਾਹਿਗੁਰੂ, ਉਹਨਾਂ ਥਾਵਾਂ ਤੇ ਇਹ ਵੀਰ ਪਹੁੰਚ ਸਕਣ ਜਿੱਥੇ ਇਹਨਾਂ ਦੀ ਜ਼ਰੂਰਤ ਹੈ। ਤੇ ਇਹ ਤੁਸੀਂ ਜਿਹੜਾ ਸਮਾਨ ਵੇਖ ਰਹੇ ਹੋ, ਸੋਚਿਆ ਸੀ ਕਿ ਇਹਨਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚੇਗਾ, ਇਹ ਸੋਚਿਆ ਸੀ, ਪਰ ਇਸ ਤਰ੍ਹਾਂ ਪਹੁੰਚੇਗਾ, ਇੰਨਾ ਜ਼ਿਆਦਾ ਪਹੁੰਚੇਗਾ, ਇੰਨਾ ਜ਼ਿਆਦਾ ਲੋਕ ਦਰਦ ਮਹਿਸੂਸ ਕਰਨਗੇ ਇਸ ਪਰਿਵਾਰ ਦੇ ਲਈ, ਉਹ ਨਹੀਂ ਸੀ ਸੋਚਿਆ। ਲੋਕਾਂ ਨੇ, ਸਾਡੇ ਸਮਾਜ ਸੇਵੀਆਂ ਨੇ, ਸਾਡੇ ਭੈਣ ਭਰਾਵਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਉਹ ਕੀਤਾ, ਜਿਹਨੂੰ ਦੇਖ ਕੇ ਸ਼ਾਇਦ ਅਗਰ ਇਹ ਸਟੋਰੀ, ਅਗਰ ਇਹ ਵੀਡੀਓ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਪਹੁੰਚੀ ਹੋਵੇਗੀ, ਹੈਰਾਨ ਕੀਤਾ ਹੋਵੇਗਾ। ਇਹ ਬੱਚੀ ਅੱਜ ਇਹਦੀ ਅੱਖਾਂ ਦੇ ਵਿੱਚ ਦੁੱਖ ਦੇ ਹੰਝੂ ਨਹੀਂ ਹੈਗੇ। ਅੱਜ ਇੰਨੀ ਖੁਸ਼ ਹੈ ਕਿ ਇਹਦੇ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ ਕਿ ਸ਼ਾਇਦ ਇਹਨੇ ਸੋਚਿਆ ਹੋਵੇਗਾ ਕਿ ਇਹ ਦਿਨ ਆਉਣਗੇ। ਕਲਪਨਾ ਤੋਂ ਪਰੇ ਦਿਨ ਨੇ ਇਹਨਾਂ ਦੇ ਵੀ। ਔਰ ਮੈਂ ਕਿੰਨਾ ਜ਼ਿਆਦਾ ਧੰਨਵਾਦ ਕਰਾਂ ਇਹਨਾਂ ਵੀਰਾਂ ਦਾ। ਪਤਾ ਨਹੀਂ ਰੱਬ ਨੇ ਕਿਹੋ ਜਿਹੇ ਦਿਲ ਦਿੱਤੇ ਨੇ ਇਹਨਾਂ ਵੀਰਾਂ ਨੂੰ। ਅਸੀਂ ਵੀ ਆਪਣੇ ਘਰਾਂ ਦੇ ਵਿੱਚ ਵਿਚਰਦੇ ਹਾਂ, ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਾਂ। ਸਾਨੂੰ ਪਤਾ ਜ਼ਰੂਰਤਾਂ ਕੀ ਹੁੰਦੀਆਂ ਨੇ, ਸਾਨੂੰ ਪਤਾ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਪਰ ਇਹਨਾਂ ਨੂੰ ਤਾਂ ਆਪਣੇ ਪਰਿਵਾਰ ਦੇ ਨਾਲ ਨਾਲ ਹੋਰਾਂ ਦੀ ਵੀ ਫਿਕਰ ਹੈ ਕਿ ਕੋਈ ਦੁਖੀ ਨਾ ਰਹਿ ਜਾਵੇ, ਕੋਈ ਭੁੱਖਾ ਨਾ ਸੌਂ ਜਾਵੇ, ਕਿਸੇ ਦੇ ਅੱਖਾਂ ਦੇ ਵਿੱਚ ਹੰਝੂ ਨਾ ਨਿਕਲਣ। ਇਹ ਜਿਹੜੇ ਵੀਰ ਨੇ ਇਹ ਸੋਚਦੇ ਨੇ ਕਿ ਅਗਰ ਕਿਸੇ ਦੀ ਅੱਖ ਦੇ ਵਿੱਚੋਂ ਅਥਰੂ ਨਿਕਲਿਆ ਤਾਂ ਮੈਂ ਭੱਜ ਕੇ ਜਾ ਕੇ ਪਹਿਲਾਂ ਉਹਨੂੰ ਪੂੰਝ ਦੇਵਾਂ। ਇਹ ਉਹ ਵੀਰ ਨੇ। ਮੈਂ ਬਿਆਨ ਨਹੀਂ ਕਰ ਪਾ ਰਹੀ ਕਿ ਇਸ ਸਮੇਂ ਕੀ ਸੋਚ ਰਹੀ ਹਾਂ ਮੈਂ, ਇਸ ਸਮੇਂ ਕੀ ਸੋਚ ਰਹੇ ਨੇ ਸਾਡੇ ਉਹ ਵੀਰ ਜਿਨ੍ਹਾਂ ਰਾਹੀਂ ਇਹਨਾਂ ਤੱਕ ਸੇਵਾ ਪਹੁੰਚੀ ਹੈ। ਇੱਥੋਂ ਤੱਕ ਕਿ ਜੋ ਚੀਜ਼ਾਂ ਮੈਂ ਸੋਚੀਆਂ ਨਹੀਂ ਸੀ ਜਾਂ ਕਿਸੇ ਨੇ ਸੋਚੀਆਂ ਨਹੀਂ ਹੋਣਗੀਆਂ, ਜਦੋਂ ਪਤਾ ਲੱਗਾ ਕਿ ਇਹ ਸਮਾਨ ਉਹਨਾਂ ਬੱਚੀਆਂ ਤੱਕ ਦਾਨੀ ਸੱਜਣਾ ਦੇ ਰਾਹੀਂ ਪਹੁੰਚਾਇਆ ਗਿਆ, ਤਾਂ ਇਸ ਕਲਯੁਗ ਦੇ ਬਾਰੇ ਜਿਹੜੀ ਮੇਰੀ ਸੋਚ ਸੀ, ਸਾਡੀ ਸੋਚ ਸੀ, ਉਹ ਸੋਚ ਨੂੰ ਬਦਲ ਕੇ ਰੱਖ ਦਿੱਤਾ ਇਹਨਾਂ ਵੀਰਾਂ ਨੇ। ਤੁਸੀਂ ਵੇਖ ਸਕਦੇ ਹੋ, ਕਹਿੰਦੇ ਨੇ ਨਾ, ਦਾਨ ਜਿੰਨਾ ਦਿਓ ਉਨਾ ਫਲਦਾ। ਪਰ ਅਸੀਂ ਸਿਰਫ ਇਹ ਗੱਲਾਂ ਘਰ ਬੈਠੇ ਕਹਿ ਸਕਦੇ ਹਾਂ। ਦਾਨ ਉਹੀ ਦੇ ਸਕਦਾ ਹੈ ਜਿਹਦਾ ਦਿਲ ਵੱਡਾ ਹੋਵੇ, ਕਿਉਂਕਿ ਕਦੇ ਵੀ ਦਾਨ ਪੈਸੇ ਨਾਲ ਨਹੀਂ ਦਿੱਤਾ ਜਾ ਸਕਦਾ। ਜੇਕਰ ਤੁਹਾਡੇ ਕੋਲ ਬਹੁਤਾ ਪੈਸਾ ਤਾਂ ਤੁਸੀਂ ਤਾਂ ਹੀ ਦਾਨ ਦੇ ਸਕਦੇ ਹੋ। ਦਾਨ ਦਿਲ ਤੋਂ ਦਿੱਤਾ ਜਾਂਦਾ ਹੈ। ਅਗਰ ਤੁਹਾਡੇ ਦਿਲ ਵੱਡੇ ਨੇ ਤਾਂ ਤੁਸੀਂ ਜ਼ਰੂਰ ਸੋਚੋਗੇ ਕਿ ਮੇਰੇ ਇੱਕ ਸਟੈਪ ਦੇ ਨਾਲ ਜਿੰਨਾ ਮੈਂ ਹੋ ਸਕਦਾ ਕਿਸੇ ਦੀ ਮਦਦ ਕਰਾਂ। ਤੇ ਅੱਜ ਉਹ ਮਾਂ ਦਾ ਚਾਅ ਨਹੀਂ ਚੱਕਿਆ ਜਾ ਰਿਹਾ। ਅੱਜ ਉਹਦੀ ਮਾਂ ਦੀ ਖੁਸ਼ੀ, ਉਸ ਬੱਚੀ ਦੇ ਅਥਰੂ ਪੁੰਜਣ ਦੇ ਲਈ ਜਿਹੜੇ ਵੀਰ ਗਏ ਨੇ ਇੱਥੋਂ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇਕਬਾਣੀ ਚੈਨਲ ਦੀ ਟੀਮ ਵੀ, ਇਕਬਾਣੀ ਚੈਨਲ ਦਾ ਪਰਿਵਾਰ ਵੀ ਗਰਾਊਂਡ ਜ਼ੀਰੋ ਤੇ ਪਹੁੰਚਿਆ। ਸਾਡੇ ਕੈਮਰਾਮੈਨ ਓਂਕਾਰ ਸਿੰਘ ਤੇ ਸਾਡੇ ਐਡੀਟਰ ਸਰਦਾਰ ਬੇਅੰਤ ਸਿੰਘ, ਉਹਨਾਂ ਦੇ ਰਾਹੀਂ ਗਰਾਊਂਡ ਜ਼ੀਰੋ ਤੇ ਜਾ ਕੇ ਇਹ ਸਾਰੀਆਂ ਤਸਵੀਰਾਂ ਸਾਡੇ ਤੱਕ ਪਹੁੰਚਾਈਆਂ ਗਈਆਂ। ਜਦੋਂ ਮੈਂ ਇਹ ਪੂਰੀਆਂ ਤਸਵੀਰਾਂ ਵੇਖੀਆਂ, ਮੈਂ ਚਾਹੁੰਦੀ ਸੀ ਕਿ ਅਸੀਂ ਬਹੁਤ ਚਾਹਿਆ ਕਿ ਇਸ ਵੀਡੀਓ ਨੂੰ ਜਲਦ ਤੋਂ ਜਲਦ ਤੁਹਾਡੇ ਸਾਹਮਣੇ ਪੇਸ਼ ਕਰੀਏ, ਲੇਕਿਨ ਇਹ ਤਸਵੀਰਾਂ ਵੇਖ ਕੇ ਮੈਂ ਹਿੰਮਤ ਨਹੀਂ ਜੁਟਾ ਪਾ ਰਹੀ ਸੀ, ਨਾ ਹੀ ਮੇਰੇ ਕੋਲ ਸ਼ਬਦ ਸਨ ਕੋਈ ਕਿ ਮੈਂ ਕੀ ਬੋਲਾਂ ਇਹਨਾਂ ਪਰਮਾਤਮਾ ਦੇ ਫਰਿਸ਼ਤਿਆਂ ਦੇ ਲਈ।
क्योंकि मेरी इन्नी हिम्मत ते मेरी इन्नी औकात भी नहीं है कि मैं इन्हां वीरां दे लिए कुछ बोल सकां। ਅਸੀਂ ਸਾਰੇ ਦੇਖ ਰਹੇ ਹਾਂ ਕੀ ਹਾਲਾਤ ਸਨ ਇਸ ਮਾਂ ਦੇ ਘਰ ਦੇ, ਕਿਵੇਂ ਰਹਿ ਰਹੇ ਸਨ ਇਸ ਮਾਂ ਦੇ ਬੱਚੇ। ਇੱਕ ਸਮਾਜ ਸੇਵੀ ਵੀਰ ਨੇ ਕਿਹਾ ਸੀ ਨਾ ਕਿ ਇਸ ਭੈਣ ਦਾ ਵਿਆਹ ਹੋਵੇਗਾ। ਇੱਕ ਬੱਚੀ ਦੀ ਮਾਸੂਮੀਅਤ। ਰੱਬਾ ਇੱਕੋ ਅਰਦਾਸ ਹੈ ਤੇਰੇ ਅੱਗੇ, ਕਿਸੇ ਬੱਚੇ ਦਾ ਬਚਪਨ ਨਾ ਖੋਵੀਂ। ਇਸ ਮਾਂ ਦੇ ਘਰ ਦੇ ਹਾਲਾਤ ਆਪਾਂ ਸਾਰਿਆਂ ਨੇ ਵੇਖੇ, ਕਿਸ ਤਰ੍ਹਾਂ ਦੇ ਨਾਲ ਇਹਨਾਂ ਬੱਚਿਆਂ ਦਾ ਬਚਪਨ ਗੁਜ਼ਰਿਆ ਹੋਵੇਗਾ। क्योंकि यह मां विकलांग भी है, बज्जोरत्ती है। किद्दां इहदे बच्चियां ने जिंदगी कड्ढी होनी है। मां दे सिर ते कोई सहारा नहीं है, ये मावां धीआं एक दूजे दा सहारा ने। पर वाहिगुरू ने इन्हां दे लई वो सहारा भेजिया जिहड़ा कि शायद अपने नेड़ले सखे संबंधियां नालों भी बहुता इन्हां दा साथ देणगे, और दिता भी है। इस बच्ची दी तस्वीर देख के लगता है और एक दिल तो, सच्चे दिल तो ये गल निकलती है कि वाहिगुरू जी रब्बा किसी बच्चे का बचपन ना खोवी। शायद इस बच्ची ने भी किते वाहिगुरू नूं अरदास कीती होनी है। इस मां दियां, एक मां दियां दुआवां इन्हां बच्चियां दे काम आईयां ने। मां कहंदी होनी है कि जो मैं जिंदगी दिखी है मेरी वो बच्चियां ना देखण, पर हुण शायद वो जिंदगी इन्हां दियां बच्चियां नहीं वेखणगियां, इन्हां समाज सेवी वीरां दे करके, इन्हां वाहिगुरू जी दे भेजे फरिश्तियां दे करके। एक समाज सेवी वीर दी जदों मैं गल सुनी सी वीडियो दे राहीं, तां ओह गल सुनन दे बाद मेरी अखां दे हंझू रोक नहीं पा रहे सी। उन्हां ने कहा सी कि इस भैन दे विआह विच इनू रोण दी कोई लोड़ नहीं है। इस भैन दा विआह उस तरीके दे नाल होवेगा कि पूरा मसीदी इलाका वेखेगा। और वाकई यही चीज हुई है। शबीना बेगम जिहड़ी एक आस दी किरण इस परिवार दे लई बन के आई, उन्होंने ये गल आखी कि पूरे मसीदी दे विच अजिहा विआह नहीं होया अज तक जो इस बच्ची दा होण जा रहा। और मेरे शायद मैं फिर तो आखा कि मेरे शब्द खत्म हो गए ने। इकबानी चैनल देखने वाले सारे सज्जना मित्रों को वाहिगुरू जी का खालसा वाहिगुरू जी की फतेह। अज असी जम्मू तो 150 किलोमीटर दूर मशेदी तहसील बिलावर डिस्ट्रिक्ट कठुआ इस जगह पर पहुँचे हाँ। ये स्टोरी वेखी सी साडे सिख जर्नलिस्ट सरदार रविंदर सिंह जी, उन्हों की स्टोरी तो जदों असी वेखिया कि इस परिवार की जिहड़ी कंडीशन सी, जिहड़ी एक एक दाने तो मुहताज सी, इन्हां परिवार को असी जदों सारे जथेबंदियां, सारी NGO, सारी सिविल सोसाइटी इत्थे पहुंची, उन्हां दी स्टोरी विच देखिया इन्हां माता दा एक बेटा सी 13 ਤੋਂ 14 साल का 2013 विच एक्सपायर हो गया। और उन्हां दी 2 बेटियां सन, एक वड्डी बेटी एक छोटी बेटी। इन्हां दे हसबैंड भी एक्सपायर हो चुके हैं। पर अज इस भारत देश में रहिंदे मैं इकबानी चैनल के जरिए जरूर कहना चाहांगा
ਪਰ ਮੈਂ ਸੈਲੂਟ ਕਰਦਾ ਇਹਨਾਂ ਸਿਵਲ ਸੁਸਾਇਟੀਆਂ ਨੂੰ, ਮੇਰੀ ਇਹਨਾਂ ਭੈਣਾਂ ਨੂੰ ਕਿ ਇਸ ਭਾਰਤ ਦੇਸ਼ ਵਿੱਚ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ। ਸਭ ਤੋਂ ਪਹਿਲਾਂ ਮੈਂ ਸਲਾਮ ਕਰਦਾ ਮੇਰੀ ਭੈਣ ਸ਼ੀਮਾ ਬੇਗਮ ਜੀ। ਇਹ ਮੁਹੰਮਦਨ ਹਨ। ਮੈਂ ਇਕਬਾਨੀ ਚੈਨਲ ਤੋਂ ਰਾਹੀਂ ਸਾਰੇ ਦੇਸ਼ ਨੂੰ, ਉਹਨਾਂ ਸਿਆਸਤਦਾਨਾਂ ਨੂੰ ਇਹ ਕਹਿਣਾ ਚਾਹਾਂਗਾ, ਜੇ ਸਿਆਸਤ ਦੇ ਕਰਕੇ ਤੁਸੀਂ ਇਸ ਦੇਸ਼ ਦੇ ਟੁਕੜੇ ਕਰਕੇ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੇ ਹੋ, ਅੱਜ ਇਸ ਮਸ਼ਹਦੀ ਗਾਂਵ ਵਿੱਚ ਤਹਿਸੀਲ ਬਿਲਾਵਰ ਵਿੱਚ ਤੁਸੀਂ ਵੇਖ ਲਓ ਕਿ ਇਸ ਦੇਸ਼ ਵਿੱਚ ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ ਕਿਵੇਂ ਕਾਇਮ ਹੈ। ਮੇਰੀ ਇਸ ਭੈਣ ਸ਼ੀਮਾ ਬੇਗਮ ਜੀ ਨੇ ਜਦੋਂ ਇਸ ਪਰਿਵਾਰ ਦੀ ਕੰਡੀਸ਼ਨ ਦੇਖੀ, ਇਸ ਪਰਿਵਾਰ ਦੀ ਇਹ ਕੰਡੀਸ਼ਨ ਸੀ ਅੱਜ ਤੋਂ 3 ਦਿਨ ਪਹਿਲਾਂ ਕਿ ਜਦੋਂ ਇਹ ਮੁਰਗੀ ਦੇ ਅੰਡੇ ਵੇਚਣ ਜਾਂਦੇ ਸੀ, ਇਹਨਾਂ ਨੂੰ ਕਹਿੰਦੇ ਸੀ ਭੈਣ ਜੀ ਨੂੰ ਕਿ ਇੱਕ ਅੰਡਾ ਲੈ ਕੇ ਸਾਨੂੰ ਕੁਝ ਪੈਸੇ ਦੇ ਦਿਓ, ਅਸੀਂ ਆਪਣਾ ਦਾਲ ਫੁਲਕਾ ਖਾਈਏ। ਇਸ ਪਰਿਵਾਰ ਵਿੱਚ ਇੰਨੀ ਬੈਡ ਕੰਡੀਸ਼ਨ ਸੀ। ਇਹ ਖੇਤਾਂ ਵਿੱਚੋਂ ਜਿਹੜਾ ਘਾਹ ਫੂਸ ਹੈ ਉਹ ਕੱਟ ਕੇ ਉਸ ਨੂੰ ਬੋਇਲ ਕਰਕੇ ਉਹ ਖਾਂਦੇ ਰਹੇ। ਤੇ ਬੱਚੀ ਜਿਹੜੀ ਕਹਿੰਦੀ ਰਹੀ, ਜਦੋਂ ਰਵਿੰਦਰ ਭਈਆ ਨੇ ਸਟੋਰੀ ਕੀਤੀ ਕਿ ਸਾਨੂੰ ਚਾਵਲ ਖਾਣ ਨੂੰ ਨਹੀਂ ਮਿਲਦੇ, ਕਿਉਂ ਨਹੀਂ ਸੀ ਮਿਲਦੇ, ਕਿ ਇਸ ਬੱਚੀ ਦੇ ਪਿਤਾ ਜੀ ਐਕਸਪਾਇਰ ਹੋ ਚੁੱਕੇ ਸਨ ਤਾਂ ਸਾਲ ਦੀ ਬਾਰਖੀ ਵਾਸਤੇ ਉਹ ਚਾਵਲ ਇਕੱਠਾ ਕਰਦੇ ਸਨ। ਪਰ ਅੱਜ ਉਹਨਾਂ ਹੱਥਾਂ ਨੂੰ ਸਲਾਮ ਹੈ, ਉਸ ਸੋਚ ਨੂੰ ਸਲਾਮ ਹੈ ਜਿਸ ਸੋਚ ਵਿੱਚ ਸਾਰੇ ਸ਼ਾਮਲ ਹੋਏ। ਉਸ ਵਿੱਚ ਸਾਡੇ ਸਹਾਰਾ ਬਣੋ ਨਈ ਬਸਤੀ ਤੋਂ ਜਿਨ੍ਹਾਂ ਨੇ 골ਡ, ਸੋਨਾ ਵੀ, ਸੂਟ ਵੀ ਅਤੇ ਰਾਸ਼ਨ ਵੀ ਇਸ ਪਰਿਵਾਰ ਨੂੰ ਮੁਹੱਈਆ ਕਰਵਾਇਆ। ਉਸ ਦੇ ਨਾਲ ਹੈਲਪਿੰਗ ਹੈਂਡ ਟਰਸਟ NGO ਬੜੀ ਬਨਾਮਣਾ, ਜੋ ਇਹਨਾਂ ਦੇ ਚੇਅਰਮੈਨ ਹਨ ਚਿੰਕਲ ਥਾਪਾ ਜੀ, ਬਹੁਤ ਮਸ਼ਹੂਰ ਨਾਮ ਹੈ ਚਿੰਕਲ ਥਾਪਾ। ਇਹਨਾਂ ਦੀ ਸਾਰੀ ਟੀਮ ਨੂੰ ਸਲਾਮ ਹੈ। ਮੇਰੇ ਭੈਣ ਜੀ ਰੇਖਾ ਸ਼ਰਮਾ ਜੀ ਅਤੇ ਪੂਜਾ ਜੀ, ਉਹ ਵੀ ਇੱਥੇ ਪਹੁੰਚੇ ਹਨ। ਰਾਹਿਲ ਠਾਕੁਰ ਐਂਡ ਸੁਰੇਸ਼ ਕੋਹਲੀ, ਇਹ ਆਪਣੇ ਆਪ ਤੋਂ 2 ਐਸੇ ਨਾਮ ਹਨ ਜਿਨ੍ਹਾਂ ਨੂੰ ਸਾਰੀ ਦੁਨੀਆ ਜੰਮੂ ਕਸ਼ਮੀਰ ਵਿੱਚ ਇਹ ਜਾਣਦੇ ਹੋ। ਅਤੇ ਇਕਬਾਨੀ ਚੈਨਲ ਦੇਖਣ ਵਾਲਿਆਂ ਨੂੰ ਮੈਂ ਇਹ ਕਹਿ ਦਿੰਦਾ, ਜੋ ਇਕਬਾਨੀ ਦਾ ਲੋਗੋ ਲੱਗਿਆ ਹੈ, ਇਸ ਦੇ ਐਂਕਰ ਮੇਰੀ ਭੈਣ ਰਮਨ ਕੌਰ ਜੀ ਨੇ ਜਦੋਂ ਇਹ ਸਟੋਰੀ ਵੇਖੀ ਸੀ, ਅੱਜ ਸਪੈਸ਼ਲ ਉਹਨਾਂ ਨੇ ਆਪਣੇ ਜਿਹੜਾ ਸੂਟ ਖਰੀਦ ਕੇ ਇਹਨਾਂ ਬੱਚੀਆਂ ਵਾਸਤੇ, ਜਿਨ੍ਹਾਂ ਬੱਚੀਆਂ ਦਾ ਕੋਈ ਨਹੀਂ ਸੀ, ਅੱਜ ਉਹ ਸਾਰੇ ਸਹਾਰਾ ਬਣ ਕੇ ਮੇਰੀ ਰਮਨ ਭੈਣ ਨੇ ਸੂਟ ਵੀ ਭੇਜੇ। ਉਹਨਾਂ ਦੇ ਹਸਬੈਂਡ ਸਰਦਾਰ ਬੇਅੰਤ ਸਿੰਘ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ। ਮੈਂ ਸਾਰਿਆਂ ਨੂੰ ਇਹ ਦੁਆ ਦਿੰਦਾ ਹਾਂ, ਅਰਦਾਸ ਕਰਦਾ ਹਾਂ, ਜਿਨ੍ਹਾਂ ਹੱਥਾਂ 'ਚੋਂ ਇਹ ਸੇਵਾ ਨਿਕਲੀ। ਫਾਰਮ ਵਿੱਚ ਬੈਠੇ ਮੇਰੀ ਮਾਤਾ ਜਸਵਿੰਦਰ ਕੌਰ ਨੇ, ਉਹਨਾਂ ਨੇ ਵੀ ਸੂਟ ਦੇ ਜੋ ਇਹਨਾਂ ਨੂੰ ਸੂਟ ਭੇਜੇ ਹਨ। US ਤੋਂ ਮੇਰੀ ਭੈਣ ਸ਼ੀਬਾ ਦੀ, ਉਹਨਾਂ ਦੇ ਹਸਬੈਂਡ ਡਾਕਟਰ ਸਾਹਿਬ, ਉਹਨਾਂ ਨੇ ਵੀ ਸੂਟ ਭੇਜੇ। ਹੋਰ ਜਿਨ੍ਹਾਂ ਵਿਦੇਸ਼ਾਂ ਦੀ ਧਰਤੀ 'ਚ ਬੈਠੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਸੇਵਾ ਕੀਤੀ, ਸੂਟ ਭੇਜੇ, ਰਾਸ਼ਨ ਭੇਜਿਆ। ਰਾਸ਼ਨ ਦਾ ਤੁਸੀਂ ਦੇਖ ਸਕਦੇ ਹੋ, ਜਿਹੜਾ ਸਮਾਂ ਸੀ ਅੱਜ ਤੋਂ 4 ਦਿਨ ਪਹਿਲਾਂ ਇੱਕ ਬੱਚੀ ਇੱਕ ਚਾਵਲ ਦੇ ਦਾਣੇ ਪਿੱਛੇ ਤਰਸ ਰਹੀ ਸੀ, ਅੱਜ ਉਹਨਾਂ NGOs ਨੇ, ਸਿਵਲ ਸੁਸਾਇਟੀਆਂ ਨੇ, ਸਾਰਿਆਂ ਨੇ ਮਿਲ ਕੇ ਇਹ ਅੱਜ ਚਾਵਲਾਂ ਦੇ ਹੜ ਲਗਾਤੇ ਇਹਨਾਂ ਦੇ ਘਰ ਵਿਖੇ। 24 ਜੁਲਾਈ ਨੂੰ ਇਸ ਬੱਚੀ ਦੀ ਸ਼ਾਦੀ ਹੈ। ਅਤੇ ਮੇਰੇ ਵੀਰ ਸ਼ਮਸ਼ੇਰ ਸਿੰਘ ਜੋ ਕਿ JKP ਪੁਲਿਸ ਵਿੱਚ ਹਨ, ਉਹਨਾਂ ਨੇ 40-50 ਕਿਲੋ ਚਾਵਲ ਦਾ ਤੋੜਾ ਭੇਜਿਆ ਸੀ ਅਤੇ ਇਹ ਹਦਾਇਤ ਵੀ ਕੀਤੀ ਮੈਨੂੰ ਕਿ ਇਹਨਾਂ ਦਾ ਨੰਬਰ ਜਾਂ ਅਕਾਊਂਟ ਨੰਬਰ ਦੇ ਦਿਓ, ਹਰ ਮਹੀਨੇ ਮੈਂ 40-50 ਕਿਲੋ ਚਾਵਲ ਜਿਹੜੇ ਇਹਨਾਂ ਤੱਕ ਪਹੁੰਚਾਵਾਂਗਾ। ਪਰ ਕਹਿਣ ਦਾ ਭਾਵ ਇਹ ਹੈ ਕਿ ਇਸ ਦੇਸ਼ ਵਿੱਚ ਰਹਿੰਦਿਆਂ ਯਾਰ, ਜਿਸ ਬੱਚਿਆਂ ਦੀ, ਜਿਸ ਮਾਂ ਦੀ ਤੁਸੀਂ ਵੋਟ ਲੈ ਕੇ ਇੱਕ MLA, ਇੱਕ MP ਦਾ ਦਾਅਵਾ ਠੋਕਦੇ ਹੋ, ਤੁਸੀਂ ਘਰ ਭੇਜਦੇ ਹੋ ਆਪਣੇ ਬੰਦਿਆਂ ਨੂੰ ਗੱਡੀਆਂ ਦੇ ਕੇ ਸਪੈਸ਼ਲ ਕਿ ਆਓ ਉਹਨਾਂ ਨੂੰ ਮੇਰੇ ਬੂਥ ਵਿੱਚ ਲੈ ਕੇ ਤੇ ਮੇਰੇ ਹੱਕ ਵਿੱਚ ਵੋਟ ਪਵਾਓ। ਜਦੋਂ ਤੁਹਾਨੂੰ ਵੋਟ ਮਿਲ ਜਾਂਦੀ ਹੈ, ਜਦੋਂ ਤੁਹਾਨੂੰ ਤਾਜ ਮਿਲ ਜਾਂਦਾ ਹੈ, ਫਿਰ ਤੁਹਾਨੂੰ ਉਹੀ ਵੋਟ ਵਾਲੇ ਭੁੱਲ ਜਾਂਦੇ ਹਨ। ਉਹਨਾਂ ਨੂੰ ਤੁਸੀਂ ਇੱਕ ਕੀੜੇ ਮਕੌੜੇ ਵਾਂਗ ਦੀ ਜ਼ਿੰਦਗੀ ਰੇਂਗਣ ਤੋਂ ਮਜਬੂਰ ਕਰ ਛੱਡਦੇ ਹੋ। ਪਰ ਤੁਸੀਂ ਇਹ ਨਾ ਸੋਚੋ ਕਿ ਤੁਹਾਡੀ ਸਿਆਸਤ ਜਿਹੜੀ ਹੈ ਉਹ ਸਿਆਸਤ ਹੀ ਕਰੇਗੀ। ਸਿਵਲ ਸੁਸਾਇਟੀ ਨੂੰ ਸਲਾਮ ਹੈ, ਤੁਹਾਡੀ ਸਿਆਸਤ ਨੂੰ ਮਾਤ ਪਾ ਗਈ। चलो तुसी तो जो अपना काम करना, अपने कर्म साड़ने सन तुसी साड़ ले। ये एक फैमिली थी, मेरे पड़ोसी थे मेरे ये, और इनको पता नहीं मुझसे इतना क्या लगाव था कि कहीं मैं रास्ते में दिख जाती थी। अभी तो इनके फादर साहब जो है, इनकी डेथ हो गई है, लेकिन जब इनकी डेथ नहीं हुई थी तो मैं कहीं दूर ही दिखती थी तो वो मुझे दूर से बोलते थे देवी जी नमस्ते।
तो इस चीज़ को लेके बहुत फील होता था कि चलो आज वो नहीं है तो आज हमें इनके साथ खड़े होना चाहिए। तो फिर मैंने रविंदर सर से काफ़ी देर से कांटेक्ट कर रही थी, फिर एक दिन उनके साथ आखिर कांटेक्ट हो गया, वो आए, इनकी काफ़ी सारी जो है वो हेल्प हो गई है। तो अगर और भी कोई इनकी हेल्प करना चाहता है तो ये वो मेरा नंबर नोट कर लें, मेरा नंबर 7006198286, ये मेरा कॉन्टैक्ट नंबर है। तो आ सकते हैं, आप मेरे से कॉन्टैक्ट कर सकते हैं। तो जो भी आना चाहेगा वो आए, मेरे से कॉन्टैक्ट करें, हम उनको पूरा गाइड करेंगे यहाँ तक। तो अभी इसके साथ अभी और कुछ ज़्यादा नहीं कहेंगे हम, क्योंकि इनकी काफ़ी कपड़ों से भी हेल्प हो गई है, चावल भी बहुत आ गए हैं, फाइनेंशियली भी बहुत हेल्प हो गई है, और इनका मकान जो है उसकी बनाने की रिस्पॉन्सिबिलिटी भी मैंने ली है। वो भी मैं इनको शादी के बाद बहुत जल्द मैं इनको वो मकान भी बना के दूँगी। और अब मुझे लगता नहीं है कि अब इनकी ज़िंदगी जो है वो ज़्यादा पहले से ज़्यादा बदतर होगी, पहले से ज़्यादा बेहतर होगी, अब बदतर नहीं रही इनकी ज़िंदगी। अब ये इनसे ही पूछें कि आप बता रहे थे ना कि आपके पास आई थी कि मैं रोटी लेने के लिए अंडे। हाँ सर, वो तो सर ये हर 5-7 दिन बाद सर शायद ये भी सोचते हैं कि रोज़ रोज़ हम अंडे उठा के जाएंगे तो दीदी को भी अच्छा नहीं लगेगा। तो हर 5-7 दिन बाद ये कभी 1, कभी 2, कभी 3 अंडे लेके आती थी मेरे पास और मुझे कहती थी दीदी ये अंडे ले लो और मुझे कुछ पैसे दे दो, तो मैंने सब्ज़ी लेनी है। तो शायद दुकानदार भी जो है वो भी इन पे उनका भी इनसे भरोसा उठ गया होगा कि अब इनको रोज़ रोज़ हम उधार देंगे तो फिर लेंगे भी किससे। तो मैंने इसको कहा कि जाओ आप हमारे पड़ोस में एक दुकान है, वहाँ से सब्ज़ी ले लो, वहाँ पे मेरा नाम ले लेना कि दीदी ने सब्ज़ी लेने के लिए बोला। तो मुझे कहने लगी नहीं दीदी वो मुझे सब्ज़ी नहीं देंगे, ऐसे आप मुझे पैसे दो तभी सब्ज़ी देंगे। तो मैंने कहा जा तू उनको बोल के मेरे लिए दीदी ने मंगाई है अपने घर के लिए। तो फिर ये गई, तो फिर इसने सब्ज़ी ली, तो फिर मैंने उनको पैसे दिए। ये 2 अंडे लेके गई थी उस दिन, जिस दिन इसने सब्ज़ी ली। तो फिर ये शायद पता नहीं बंद गोभी लाई थी सब्ज़ी, क्योंकि अंडे 2 तो खाने वाले 3 बंदे, 2 अंडों से इनका भी क्या बनेगा। तो इन्होंने चलो फिर कुछ अपना इन्होंने भी कुछ रखा हुआ था कि चलो 2 मुर्गियाँ रखी हैं कि अंडे देंगी तो चलो हमारा भी कुछ बनेगा। बाकी ये आंटी को तो आपने देखा ही हैंडीकैप है, ये कोई कहीं दिहाड़ी ये लगा नहीं सकती हैं, कहीं इनका कोई मुझे नहीं लगता कि इनका कोई होगा ऐसा कि पैसे कमाने की इनसे कोई उम्मीद रखेगा। तो बाकी ये लड़कियां ये भी पढ़ती है, ये छोटी भी पढ़ती है, अभी तो इसकी बड़ी की शादी है, छोटी है। इसको पता नहीं मुझसे इतना क्या लगाव है कि कभी मैं देखती हूँ तो मेरे पास आ जाती है, मेरे बच्चे हैं छोटे छोटे उनके साथ खेलना, मेरे घर चले जाना। तो मेरे पास बहुत काफ़ी सारी कॉल्स आई थी कि आपका इनके साथ क्या रिश्ता है। तो मैंने उनको साफ लफ्ज़ों में बोला था कि भाई मेरा इनके साथ खून का तो कोई रिश्ता है नहीं है, बस एक इंसानियत का है जो कि मैंने इनके साथ निभाया है बस। हाँ जी, आखिर ਵਿੱਚ मैं इकबानी चैनल देखने वाले सारे ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਇੱਕ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ। ਜਿਸ ਪਰਿਵਾਰ ਵਿੱਚ ਅਸੀਂ ਬੈਠੇ ਹਾਂ, ਮਾਤਾ ਹੈਂਡੀਕੈਪ ਹਨ। ਅੱਜ ਮੈਂ ਇੱਕ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਰਈਸਜ਼ਾਦੇ ਦੀ ਪਰਿਵਾਰ ਵਿੱਚ ਵੀ ਇਹੋ ਜਿਹੀ ਸ਼ਾਦੀ ਨਹੀਂ ਹੋਵੇਗੀ ਜਿਹੜੀ ਸ਼ਾਦੀ ਅੱਜ ਇਸ ਪਰਿਵਾਰ ਵਿੱਚ ਹੋਵੇਗੀ। ਜਿਹੜੀ ਦੁਨੀਆ ਇਸ ਰਿਆਸਤ ਜੰਮੂ ਕਸ਼ਮੀਰ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ, ਉਸ ਵਿੱਚ ਭਾਈਚਾਰੇ ਵਿੱਚ ਇੱਕ ਇਹ ਚਿਹਰਾ ਹੈ, ਸਭ ਤੋਂ ਚਮਕਦਾ ਸਿਤਾਰਾ ਜਿਹੜਾ ਰਾਹਿਲ ਠਾਕੁਰ। ਹਰ ਜਗ੍ਹਾ ਤੇ ਜਦੋਂ ਵੀ ਸਟੋਰੀ ਆਨ 에ਅਰ ਹੁੰਦੀ ਹੈ ਫਟਾਫਟ ਉੱਤੇ ਜਾ ਕੇ ਐਕਸ਼ਨ ਕਰਦੇ ਨੇ, ਜ਼ਰੂਰਤਮੰਦ ਨੂੰ ਹਰ ਇੱਕ ਉਹ ਚੀਜ਼ ਮੁਹੱਈਆ ਕਰਾਉਂਦੇ ਨੇ ਜਿਹੜੀ ਉਸ ਪਰਿਵਾਰ ਨੂੰ ਜ਼ਰੂਰਤ ਹੁੰਦੀ ਹੈ। ਇਹ ਮੇਰੀ ਸ਼ੀਮਾ ਬੇਗਮ ਜਿਹੜੀ ਮੇਰੇ ਭੈਣ ਹਨ, ਇੱਕ ਮੁਸਲਿਮ ਹਨ, ਇਹ ਹਿੰਦੂ ਪਰਿਵਾਰ ਹੈ, ਅਤੇ ਸਾਡੇ ਸਿੱਖ ਪਰਿਵਾਰ ਤੋਂ ਜਤਿੰਦਰ ਸਿੰਘ ਜੀ। ਹਿੰਦੂ, ਸਿੱਖ, ਮੁਸਲਿਮ ਇਹ 3 ਜਿਹੜੀਆਂ ਇੱਕ ਸ਼ਖਸੀਅਤਾਂ, ਇਹ 3 ਚਿਹਰੇ ਹਨ ਇਸ ਸਮਾਜ ਦੇ। ਉਹ ਨਾ ਕਦੇ ਟੁੱਟੇ ਹਨ ਤੇ ਨਾ ਹੀ ਕਦੇ ਟੁੱਟਣਗੇ, ਚਾਹੇ ਸਿਆਸਤ ਆਪਣੀ ਜਿੰਨੀ ਮਰਜ਼ੀ ਸਿਆਸੀ ਖੇਡ ਖੇਲ ਲਵੇ। ਇਹ ਭਾਈਚਾਰਾ ਨਾ ਟੁੱਟਣ ਵਾਲਾ ਹੈ ਤੇ ਨਾ ਹੀ ਕਦੇ ਟੁੱਟਿਆ ਹੈ। ਇਸ ਕਰਕੇ ਇਹੋ ਜਿਹੇ ਬਹੁਤ ਪਰਿਵਾਰ ਹਨ ਜਿਨ੍ਹਾਂ ਪਰਿਵਾਰਾਂ ਵਿੱਚ ਰਾਹਿਲ ਠਾਕੁਰ ਜੈਸੇ ਚਿਹਰੇ, ਹੈਲਪਿੰਗ ਹੈਂਡ ਚਿੰਕਲ ਥਾਪਾ ਜੀ, ਸਾਡੇ ਜਸਪਾਲ ਜੀ, ਸਹਾਰਾ ਬਣੋ ਨਈ ਬਸਤੀ ਤੋਂ ਹੋਰ ਬਹੁਤ NGO ਦੇ ਜਿਹੜੇ ਸਾਡੇ ਸਿਵਲ ਸੁਸਾਇਟੀਆਂ ਸਾਡੇ ਕੋਲ ਆ ਕੇ ਬੈਠਦੀਆਂ ਹਨ, ਮਿਲਦੀਆਂ ਹਨ। ਇਹਨਾਂ ਦੇ ਹੁੰਦਿਆਂ ਇਹ ਭਾਈਚਾਰਾ ਕਦੇ ਨਹੀਂ। ਮੈਂ ਇਕਬਾਨੀ ਚੈਨਲ ਦੇ ਜ਼ਰੀਏ ਦੱਸ ਦੇਵਾਂ, ਇਹਨਾਂ ਦਾ ਸਹਾਰਾ ਬਣੋ ਜਿਹੜਾ ਟਰਸਟ ਹੈਗਾ ਨਈ ਬਸਤੀ ਤੋਂ ਪੂਰੀ ਟੀਮ ਨੇ ਇਸ ਬੱਚੀ ਦੀ ਸ਼ਾਦੀ ਲਈ ਗੋਲਡ ਵੀ ਦਿੱਤਾ ਹੈ ਅਤੇ ਕੱਪੜੇ ਵੀ ਦਿੱਤੇ ਹਨ, ਬੇਸ਼ੁਮਾਰ ਰਾਸ਼ਨ ਵੀ ਦਿੱਤਾ ਹੈ। ਤੇ ਰਾਹਿਲ ਠਾਕੁਰ ਨੇ ਪੂਰੀ ਜ਼ਿੰਮੇਵਾਰੀ ਨਾਲ ਇਹ ਦਾਅਵਾ ਕੀਤਾ ਹੈ ਕਿ ਜਿਹੜਾ ਇਹਨਾਂ ਦਾ ਆਨੰਦ ਕਾਰਜ ਹੋਵੇਗਾ, ਬੱਚੀ ਦਾ ਸ਼ਾਨੋ ਸ਼ੌਕਤ ਨਾਲ ਆਨੰਦ ਕਾਰਜ ਕਰਵਾਇਆ ਜਾਏਗਾ। ਇੱਕ ਰਈਸਜ਼ਾਦੇ ਦੀ ਸ਼ਾਦੀ ਦੇਖ ਲਿਓ ਤੇ ਇੱਕ ਇਸ ਬੱਚੀ ਦੀ ਸ਼ਾਦੀ ਦੇਖ ਲਿਓ, ਆਉਣ ਵਾਲੇ ਸਮੇਂ 'ਚ ਇੱਕ ਮਿਸਾਲ ਬਣੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਇਕਬਾਨੀ ਚੈਨਲ ਦਾ,
ਸਾਰਿਆਂ ਨੂੰ ਅਤੇ ਆਸ ਉਮੀਦ ਹੈ ਕਿ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹੋ ਜਿਹੇ ਬੱਚਿਆਂ ਨੂੰ ਹਮੇਸ਼ਾ ਦੁਆਵਾਂ ਉਹਨਾਂ ਦੀ ਅਰਦਾਸਾਂ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਇਹਨਾਂ ਵੀਰਾਂ ਦੀਆਂ ਸੇਵਾਵਾਂ ਦੇ ਬਾਰੇ ਕੁਝ ਬੋਲ ਸਕਾਂ। ਇਸ ਬੱਚੀ ਦਾ ਵਿਆਹ 24 ਜੁਲਾਈ ਯਾਨੀ ਕਿ ਕੱਲ ਇਸ ਸਟੋਰੀ ਨੂੰ ਚਲਾਉਣ ਦੇ ਵਿੱਚ ਮੈਨੂੰ ਇੰਨਾ ਸਮਾਂ ਕਿਉਂ ਲੱਗਿਆ? ਕਿਉਂਕਿ ਮੈਂ ਸ਼ਬਦ ਇਕੱਠੇ ਨਹੀਂ ਕਰ ਪਾ ਰਹੀ ਸੀ। ਮੇਰੇ ਕੋਲੋਂ ਵਾਰ-ਵਾਰ ਬੋਲਿਆ ਨਹੀਂ ਜਾ ਰਿਹਾ ਸੀ ਕਿ ਕੀ ਕਹਾਂ ਮੈਂ ਇਹਨਾਂ ਵੀਰਾਂ ਵਾਸਤੇ। ਸ਼ਬਦ ਮੇਰੇ ਕੋਲ ਹੁਣ ਵੀ ਨਹੀਂ ਹੈਗੇ। ਬਸ ਮੈਂ ਇੰਨਾ ਕਹਿ ਸਕਦੀ ਹਾਂ ਕਿ ਸ਼ਾਇਦ ਉਹ ਅਸੀਂ ਕਦੀ ਨਹੀਂ ਕਰ ਪਾਵਾਂਗੇ ਜੋ ਇਹਨਾਂ ਵੀਰਾਂ ਨੇ ਕੀਤਾ। ਔਰ ਅੱਗੇ ਤੋਂ ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ, ਇਹਨਾਂ ਭੈਣਾਂ ਨੂੰ ਹੋਰ ਜ਼ਿਆਦਾ ਬਲ ਬਖਸ਼ਣ, ਹੋਰ ਜ਼ਿਆਦਾ ਸੇਵਾਵਾਂ ਲੈਣ ਇਹਨਾਂ ਕੋਲੋਂ। ਬਸ ਮੈਂ ਅਖੀਰ ਦੇ ਵਿੱਚ ਇੰਨਾ ਹੀ ਕਵਾਂਗੀ ਕਿ ਵਾਹਿਗੁਰੂ ਜੀ ਇਸ ਕਲਯੁਗ ਦੇ ਅੰਦਰ ਇਹ ਜਿਹੜੇ ਤੁਸੀਂ ਫਰਿਸ਼ਤੇ ਭੇਜੇ ਨੇ ਇਨਸਾਨ ਦੇ ਰੂਪ ਵਿੱਚ, ਇਹਨਾਂ ਨੂੰ ਸੇਵਾਵਾਂ ਕਰਨ ਦਾ ਬਲ ਬਖਸ਼ਿਓ। ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਤੱਕ ਹਲੇ ਇਹਨਾਂ ਵੀਰਾਂ ਨੇ ਆਪਣੀਆਂ ਸੇਵਾਵਾਂ ਲੈ ਕੇ ਜਾਣੀਆਂ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੇ ਵੀ ਬਹੁਤ ਦਿਲ ਖੋਲ ਕੇ ਆਪਣੀ ਸੇਵਾ ਦਿੱਤੀ ਹੈ ਇਸ ਪਰਿਵਾਰ ਦੇ ਲਈ। ਹਰ ਕਮਿਊਨਿਟੀ, ਹਰ ਧਰਮ, ਹਰ ਮਜ਼ਹਬ ਦੇ ਲੋਕ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਨੇ। ਔਰ ਮਦਦ ਵੀ ਅਜਿਹੀ ਸ਼ਾਇਦ ਜਿਸ ਦੇ ਲਈ ਮਦਦ ਸ਼ਬਦ ਮੇਰਾ ਛੋਟਾ ਪੈ ਰਿਹਾ। ਮੈਨੂੰ ਖੁਦ ਨੂੰ ਜ਼ਿਹਨ ਦੇ ਵਿੱਚ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਕੀ ਸ਼ਬਦ ਕਵਾਂ ਮੈਂ ਇਹਨਾਂ ਭੈਣਾਂ ਦੇ ਲਈ, ਕੀ ਸ਼ਬਦ ਲਿਆ ਮੈਂ ਇਹਨਾਂ ਵੀਰਾਂ ਦੇ ਲਈ। ਬਸ ਦਿਲ ਤੋਂ ਦੁਆਵਾਂ ਨੇ ਇਹਨਾਂ ਵੀਰਾਂ ਦੇ ਲਈ। ਵਾਹਿਗੁਰੂ ਜੀ ਇਹਨਾਂ ਨੂੰ ਹੋਰ ਜ਼ਿਆਦਾ ਬਲ ਬਖਸ਼ਣ ਕਿ ਇਹ ਸਮਾਜ ਦੇ ਵਿੱਚ ਰਹਿ ਕੇ ਅਣਥੱਕ ਸੇਵਾਵਾਂ ਕਰਦੇ ਰਹਿਣ। ਕੈਮਰਾਮੈਨ ਓਂਕਾਰ ਸਿੰਘ ਦੇ ਨਾਲ ਇੱਕ ਬਾਣੀ ਦੀ ਰਿਪੋਰਟ।